Hello everyone, my name is Sukhdeep Singh Sodhi from the Wings IELTS and Immigration Center Duri. So today we are discussing about the expression in writing task 2. Writing task 2 ਦੇ ਵਿੱਚ ਆਪਾਂ ਕਿਸ ਤਰ੍ਹਾਂ ਐਕਸਪ੍ਰੈਸ਼ਨਸ ਨੂੰ ਯੂਜ਼ ਕਰ ਸਕਦੇ ਹਾਂ, ਕਿਸ ਤਰ੍ਹਾਂ ਉਸ ਨੂੰ ਬੈਟਰ ਬਣਾ ਸਕਦੇ ਹਾਂ। ਕੁਝ ਬੱਚੇ ਹਮੇਸ਼ਾ ਹੀ ਇਹ ਕਹਿੰਦੇ ਆ ਵੀ ਉਹਨਾਂ ਨੂੰ ਆਈਡੀਆਜ਼ ਨਹੀਂ ਆਉਂਦੇ ਜਾਂ ਉਹਨਾਂ ਨੂੰ ਸਿਮੈਟਰੀ 'ਚ ਪ੍ਰੋਬਲਮ ਆਉਂਦੀ ਹੈ, ਇਹ ਨਹੀਂ ਪਤਾ ਚੱਲਦਾ ਵੀ ਫਸਟ ਲਾਈਨ ਤੋਂ ਬਾਅਦ ਸੈਕੰਡ ਲਾਈਨ ਕਿੱਦਾਂ ਲਿਖਣੀ ਹੈ। ਤਾਂ ਉਹਨਾਂ ਬੱਚਿਆਂ ਦੇ ਲਈ ਤੇ ਜੋ ਬੱਚੇ ਇਹ ਫੀਲ ਕਰਦੇ ਨੇ ਵੀ ਉਹ ਬਿਲਕੁਲ ਸਿੰਪਲ ਐਸੇ ਲਿਖ ਪਾਉਂਦੇ ਨੇ, ਉਹੀ ਸਬਜੈਕਟ ਵਰਬ ਆਬਜੈਕਟ ਮੇਨਲੀ ਇਹੀ ਚੀਜ਼ਾਂ ਵਿੱਚ ਚੱਲਦੇ ਨੇ, ਤਾਂ ਉਹਨਾਂ ਵਾਸਤੇ ਕੁਝ ਕੁ ਐਕਸਪ੍ਰੈਸ਼ਨਸ ਨੇ ਜਿਹੜੇ ਕਿ ਆਪਣੇ ਰਾਈਟਿੰਗ ਟਾਸਕ 2 ਨੂੰ ਬੈਟਰ ਬਣਾ ਸਕਦੇ ਆ, ਜਿਨ੍ਹਾਂ ਦੇ ਵਿੱਚ ਨੇ ਦਾ ਵੇ, ਨੋ ਮੈਟਰ, ਦਾ ਮੋਰ, ਦਾ ਲੈਸ, ਈਵਨ ਦੋ। ਫਸਟ ਹੈ ਦਾ ਵੇ। ਦਾ ਵੇ ਨੂੰ ਆਪਾਂ ਰਾਈਟਿੰਗ ਟਾਸਕ 2 ਚ ਕਿੱਦਾਂ ਯੂਜ਼ ਕਰਨਾ ਹੈ ਵੀ ਦਾ ਵੇ ਪੀਪਲ ਸਰਫ ਇੰਟਰਨੈਟ ਇਜ਼ ਮੇਕਿੰਗ them ਅਨਹੈਲਦੀਅਰ। ਤਾਂ ਆਪਾਂ ਨੇ ਕੁਝ ਕੁ ਗੱਲਾਂ ਦਾ ਇਸ 'ਚ ਧਿਆਨ ਰੱਖਣਾ ਹੈ। ਦਾ ਵੇ ਪੀਪਲ ਸਰਫ ਇੰਟਰਨੈਟ, ਕਿਉਂਕਿ ਕੁਝ ਬੱਚੇ ਦਾ ਵੇ ਨਾਲ ਜਦੋਂ ਸੈਂਟੈਂਸ ਯੂਜ਼ ਕਰਦੇ ਨੇ ਤਾਂ ਉਹਨਾਂ ਨੂੰ ਬੇਸਿਕਲ ਜਿਹੜੀ ਪ੍ਰੋਬਲਮ ਹੈ ਉਹ ਆਉਂਦੀ ਹੈ ਪ੍ਰੈਡੀਕੇਟ ਦੇ ਵਿੱਚ, ਜਦੋਂ ਉਹ ਪ੍ਰੈਡੀਕੇਟ ਦੇ ਨਾਲ ਇਸ ਨੂੰ ਰਿਲੇਟ ਕਰਦੇ ਨੇ। ਤਾਂ ਆਪਣਾ ਜਿਹੜਾ ਸਬਜੈਕਟ ਹੈ ਦਾ ਵੇ ਸਾਡਾ ਜਿਹੜਾ ਹੈ ਉਹ ਸਬਜੈਕਟ ਰਹੇਗਾ ਇੱਥੇ। ਇਹ ਨਹੀਂ ਵੀ ਮੰਨ ਲਓ ਇੰਟਰਨੈਟ ਦੀ ਜਗ੍ਹਾ ਦੇ ਉੱਪਰ ਜੇਕਰ ਕੋਈ ਪਲੂਰਲ ਆ ਗਿਆ, ਮੰਨ ਲਓ ਪੀਪਲ ਆ ਗਿਆ, ਤਾਂ ਇੱਥੇ ਈਜ਼ੀ ਰਹੇਗਾ ਕਿਉਂਕਿ ਦਾ ਵੇ ਦੇ ਨਾਲ ਇਸ ਨੂੰ ਆਪਾਂ ਨੇ ਕੰਬਾਈਨ ਕਰਨਾ ਹੈ। ਦਾ ਵੇ ਇਜ਼ ਮੇਕਿੰਗ them ਅਨਹੈਲਦੀ। ਕਿਹੜਾ ਵੇ? ਪੀਪਲ ਸਰਫ ਇੰਟਰਨੈਟ। ਦਾ ਵੇ ਯੂਜ਼ ਕਿੱਥੇ ਕਰਨਾ ਹੈ? ਜਦੋਂ ਤੁਸੀਂ ਰਾਈਟਿੰਗ ਟਾਸਕ 2 ਦੇ ਵਿੱਚ ਪਹਿਲਾਂ ਆਪਾਂ ਸਟੇਟਮੈਂਟ ਲਿਖਦੇ ਹਾਂ, ਆਪਾਂ ਨੇ ਸਟੇਟਮੈਂਟ ਲਿਖੀ, ਤਾਂ ਸਟੇਟਮੈਂਟ ਤੋਂ ਬਾਅਦ ਅਸੀਂ ਫਸਟ ਲਾਈਨ ਅਸੀਂ ਸੈਕੰਡ ਲਾਈਨ ਤੋਂ ਸਟਾਰਟ ਕੀਤਾ, ਉਸ ਨੂੰ ਐਕਸਪਲੇਨ ਕਰਨਾ ਸਟਾਰਟ ਕੀਤਾ। ਜਦੋਂ ਐਕਸਪਲੇਨੇਸ਼ਨ ਦੀ ਆਪਾਂ 1-2 ਲਾਈਨਸ ਦੇਖਦੇ ਹਾਂ ਤਾਂ ਥਰਡ ਦੇ ਉੱਪਰ ਦੈਨ ਵੀ ਕੈਨ ਪੁੱਟ ਦਿਸ। ਸੈਕੰਡ ਤੇ ਵੀ ਲਗਾ ਸਕਦੇ ਹਾਂ, ਥਰਡ ਤੇ ਵੀ ਲਗਾ ਸਕਦੇ ਹਾਂ। ਇਹ ਆਪਾਂ ਨੇ ਦੇਖਣਾ ਵੀ ਕਿੱਥੇ ਸਹੀ ਰਹੇਗਾ ਲਗਾਉਣਾ। ਇੰਟਰਨੈਟ ਬਾਰੇ ਲਿਖ ਕੇ ਤਾਂ ਆਪਾਂ ਲਿਖਾਂਗੇ ਵੀ ਜਿਸ ਢੰਗ ਨਾਲ ਲੋਕ ਯੂਜ਼ ਕਰ ਰਹੇ ਨੇ ਇਹ ਲੋਕਾਂ ਨੂੰ ਅਨਹੈਲਦੀਅਰ ਕਰਦਾ। ਫਿਰ ਆਪਾਂ ਦੱਸਾਂਗੇ ਵੀ ਕਿੱਦਾਂ ਅਨਹੈਲਦੀਅਰ ਕਰਦਾ ਹੈ, ਫਿਰ ਆਪਾਂ ਉਸ ਨੂੰ ਪ੍ਰੋਪਰਲੀ ਐਕਸਪਲੇਨ ਕਰਾਂਗੇ। The way industries are using toxic chemicals is detrimental to environment। ਜਦੋਂ ਆਪਾਂ ਕੋਈ এনवायरमेंट ਤੇ ਐਸੇ ਲਿਖ ਰਹੇ ਹਾਂ ਤਾਂ ਆਪਾਂ ਜਦੋਂ ਇੰਡਸਟਰੀ ਦਾ ਜ਼ਿਕਰ ਕਰਾਂਗੇ ਤਾਂ ਆਪਾਂ ਇਹ ਲਿਖ ਸਕਦੇ ਹਾਂ ਵੀ ਜਿਸ ਢੰਗ ਦੇ ਨਾਲ the way industries are using toxic chemicals is detrimental। ਸੋ ਇਹਦਾ ਹੁਣ ਇਹ ਜੋ ਪ੍ਰੈਡੀਕੇਟ ਇੱਥੋਂ ਸਟਾਰਟ ਹੋਇਆ ਵੀ is detrimental to environment। ਕੀ detrimental to environment ਹੈ? the way detrimental to environment। travel the way you wish to go, it is not appropriate the way people play games। ਸਪੋਜ਼ ਹੈ ਆਪਾਂ ਨੂੰ ਕੋਈ ਫਾਸਟ ਫੂਡ ਦੇ ਉੱਪਰ ਐਸੇ ਆਂਦਾ ਹੈ, ਫਾਸਟ ਫੂਡ ਦੇ ਵਿੱਚ ਐਸੇ ਆਂਦਾ ਹੈ, ਜਾਂ ਆਪਾਂ ਨੂੰ ਕੋਈ ਓਬੇਸਿਟੀ ਦੇ ਉੱਪਰ ਐਸੇ ਆਂਦਾ ਆ, ਓਬੀਸ ਦੇ ਉੱਪਰ ਐਸੇ ਆਂਦਾ ਆ, ਅਨਹੈਲਦੀ ਲਾਈਫਸਟਾਈਲ ਦੇ ਉੱਪਰ ਐਸੇ ਆਂਦਾ। ਆਪਾਂ ਨੇ ਲਿਖਣਾ ਵੀ ਫਾਸਟ ਫੂਡ ਖਾਣ ਦੇ ਨਾਲ ਇਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਦੈਨ ਵਾਟ ਟੂ ਡੂ, ਤਾਂ ਆਪਾਂ ਨੇ ਕੀ ਕਰਨਾ ਹੈ? ਆਪਾਂ ਨੇ ਵੀਡੀਓ ਨੂੰ ਪੌਜ਼ ਕਰੋ, ਵੀਡੀਓ ਨੂੰ ਪੌਜ਼ ਕਰਕੇ ਇਸ ਦਾ ਸੈਂਟੈਂਸ ਬਣਾ ਕੇ ਦੇਖੋ ਵੀ ਕੀ ਆਪਾਂ ਕੈਪੇਬਲ ਹਾਂ ਸੈਂਟੈਂਸ ਬਣਾਉਣ ਦੇ ਵਿੱਚ। ਦਾ ਵੇ ਦੇ ਨਾਲ ਇਸ ਦਾ ਸੈਂਟੈਂਸ ਬਣਾ ਕੇ ਦੇਖੋ ਵੀਡੀਓ ਨੂੰ ਪੌਜ਼ ਕਰਕੇ। The way children eat fast food will make them obese। The way children ਆਪਾਂ ਲਗਾਇਆ ਹੈ eat, ਤਾਂ ਆਪਾਂ ਨੇ ਕੁਝ ਜੋ ਸਟੂਡੈਂਟ ਨੇ ਤੇ ਕਿਡਸ ਲਗਾਉਂਦੇ ਨੇ, ਕਿਡਸ ਇਜ਼ ਨਾਟ ਐਪਰੋਪ੍ਰੀਏਟ ਵਰਡ, ਆਪਾਂ ਨੇ ਕਿਡਸ ਵਰਡ ਨਹੀਂ ਯੂਜ਼ ਕਰਨਾ। ਈਟ ਦੀ ਜਗ੍ਹਾ ਦੇ ਉੱਪਰ ਆਪਾਂ ਕੰਜ਼ਿਊਮ ਵਰਡ ਯੂਜ਼ ਕਰ ਸਕਦੇ ਹਾਂ, ਆਪਾਂ ਹੈਵ ਵਰਡ ਯੂਜ਼ ਕਰ ਸਕਦੇ ਹਾਂ। ਹੈਵ ਦਾ ਮਤਲਬ ਵੀ ਖਾਣਾ ਹੁੰਦਾ। ਦਾ ਵੇ ਚਿਲਡਰਨ ਹੈਵ ਫਾਸਟ ਫੂਡ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਜ਼ ਮੇਕਿੰਗ them abuse, ਇਹ ਵੀ ਕਹਿ ਸਕਦੇ ਹਾਂ ਇਜ਼ ਮੇਕਿੰਗ them obese, ਵੀ ਉਹਨਾਂ ਨੂੰ obese ਬਣਾ ਰਿਹਾ ਹੈ, ਇਜ਼ ਮੇਕਿੰਗ them।
ਔਰ ਵੀ ਕੈਨ ਸੇ ਆਪਾਂ ਇਹ ਵੀ ਕਹਿ ਸਕਦੇ ਵੀ ਮੇਕਸ them, ਆਪਾਂ ਇੱਥੇ ਪ੍ਰੈਜ਼ੈਂਟ ਇੰਡੈਫੀਨਾਈਟ ਫਿਊਚਰ ਦੇ ਵਿੱਚ ਫਿਊਚਰ ਇੰਡੈਫੀਨਾਈਟ ਔਰ ਪ੍ਰੈਜ਼ੈਂਟ ਕੰਟੀਨਿਊ। ਕਈ ਵਾਰੀ ਕੀ ਹੁੰਦਾ ਹੈ ਪ੍ਰੈਜ਼ੈਂਟ ਕੰਟੀਨਿਊ ਇਹ ਮੰਨ ਲਿਆ ਜਾਂਦਾ ਹੈ ਵੀ ਜੋ ਕੰਮ ਆਪਾਂ ਹੁਣ ਕਰ ਰਹੇ ਹਾਂ ਬਟ ਇਟਸ ਨਾਟ ਦ ਐਪਰੋਪ੍ਰੀਏਟ ਵੇ। ਪ੍ਰੈਜ਼ੈਂਟ ਕੰਟੀਨਿਊ ਦਾ ਇਸਤੇਮਾਲ ਉੱਥੇ ਵੀ ਕੀਤਾ ਜਾਂਦਾ ਹੈ ਜਿਹੜਾ ਕੋਈ ਟਾਈਮ ਜਿਹੜੀ ਕੋਈ ਚੀਜ਼ ਜਿਹੜੀ ਹੈ ਉਹ ਲੌਂਗ ਟਾਈਮ ਤੋਂ ਇਦਾਂ ਚੱਲ ਰਹੀ ਹੋਵੇ। ਜਿਵੇਂ ਆਪਾਂ ਕਹਿੰਦੇ ਪੋਪੂਲੇਸ਼ਨ ਇਜ਼ ਇਨਕਰੀਜ਼ਿੰਗ। ਪੋਪੂਲੇਸ਼ਨ ਇਨਕਰੀਜ਼ਿੰਗ, ਹੁਣ ਪੋਪੂਲੇਸ਼ਨ ਇਨਕਰੀਜ਼ ਕਿੱਥੇ ਹੋ ਰਿਹਾ ਕੋਈ ਐਕਸ਼ਨ ਜਦ ਤੱਕ ਕੁਝ ਚੀਜ਼ ਚੱਲ ਨਹੀਂ ਰਹੀ, ਤਾਂ ਇਸ ਕਰਕੇ ਪ੍ਰੈਜ਼ੈਂਟ ਕੰਟੀਨਿਊ ਆਪਾਂ ਰਾਈਟਿੰਗ ਟਾਸਕ 2 ਦੇ ਵਿੱਚ ਲਿਖ ਸਕਦੇ ਹਾਂ। ਸੈਕੰਡਲੀ ਸਪੋਜ਼ ਆਪਾਂ ਕਹਿ ਰਹੇ ਹਾਂ ਵੀ ਟੈਲੀਵਿਜ਼ਨ ਜੋ ਲੋਕ ਦੇਖਦੇ ਨੇ ਤਾਂ ਉਹਦੇ ਨਾਲ ਲੇਜ਼ੀ ਹੁੰਦੇ ਨੇ, ਜਿਸ ਢੰਗ ਨਾਲ ਉਹ ਦੇਖ ਰਹੇ ਨੇ, ਤਾਂ ਵੀਡੀਓ ਨੂੰ ਪੌਜ਼ ਕਰਕੇ ਸੈਂਟੈਂਸ ਬਣਾਉਣਾ ਹੈ। The way people spend time on screen makes them lethargic, or we can say that will make them lethargic, or we can say that making them lethargic। ਹੁਣ ਕੀ ਹੈ ਸਰਾਊਂਡਿੰਗ ਡਰਟੀ ਇੰਡੀਵਿਜੂਅਲ ਸਪਰੈਡ, ਜਾਂ ਆਪਾਂ ਕਹਿ ਰਹੇ ਹਾਂ ਵੀ ਜਦੋਂ ਉਹ ਜੋ ਇੰਡੀਵਿਜੂਅਲ ਨੇ ਜਦੋਂ ਉਹ ਕੋਈ ਗੰਦਗੀ ਫੈਲਾਉਂਦੇ ਨੇ, ਜਦੋਂ ਕੋਈ ਬਾਹਰ ਛੱਡਦੇ ਨੇ, ਸਪਰੈਡ ਕਰਦੇ ਨੇ, ਤਾਂ ਉਹਦੇ ਨਾਲ ਕੀ ਹੈ ਆਪਣਾ ਵਾਤਾਵਰਨ ਦੂਸ਼ਿਤ ਹੁੰਦਾ ਹੈ, ਵਾਤਾਵਰਨ ਡਰਟੀ ਹੁੰਦਾ ਹੈ। ਦੈਨ ਪੌਜ਼ ਐਂਡ ਜਸਟ ਮੇਕ ਦਾ ਸੈਂਟੈਂਸ। The way individuals ਲੀਡਰ ਦਾ ਮਤਲਬ ਹੁੰਦਾ ਹੈ ਗੰਦਗੀ ਫੈਲਾਣਾ, verb ਦੀ ਫਾਰਮ ਹੈ ਇਹ ਲੀਡਰ। The way individuals leader is making the surrounding unhygienic, unhygienic means dirty। ਨੈਕਸਟ ਹੈ ਆਪਣਾ no matter। no matter ਰਾਈਟਿੰਗ ਟਾਸਕ 2 ਦੇ ਵਿੱਚ ਬਹੁਤ ਪਿਆਰਾ ਲੱਗਦਾ ਹੈ। ਜਿਸ ਤਰ੍ਹਾਂ ਆਪਾਂ ਕਹੀਏ people should make environment neat and clean no matter how arduous it is। ਜੋ ਲੋਕ ਨੇ ਉਹਨਾਂ ਨੂੰ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣਾ ਚਾਹੀਦਾ ਹੈ। ਕੋਮਾ ਇਸ ਤੋਂ ਬਾਅਦ ਜ਼ਰੂਰ ਲੱਗੇਗਾ, ਕੋਈ ਮੈਟਰ ਨਹੀਂ ਕਰਦਾ ਹਾਊ ਅਰਜੂਸ ਇਟ ਇਜ਼, ਇਟ ਇਜ਼ ਲਗਾਣਾ ਆਪਾਂ ਨੇ, ਇਜ਼ ਇਟ ਨਹੀਂ ਲਗਾਣਾ। ਹਾਊ ਦੈਟ ਨੋ ਮੈਟਰ ਤੋਂ ਬਾਅਦ ਹਾਊ ਲਗਾ ਦੇਣਾ, ਦਿਸ ਇਜ਼ ਵੈਰੀ ਈਜ਼ੀ ਟੂ ਪੁੱਟ ਇਟ ਦੈਟ ਨੋ ਮੈਟਰ ਹਾਊ ਅਰਜੂਸ ਇਟ ਇਜ਼। ਗਵਰਨਮੈਂਟ ਰੂਲ ਹਾਰਡ, ਵੀ ਗਵਰਨਮੈਂਟ ਨੂੰ ਰੂਲ ਬਣਾਉਣੇ ਹੀ ਚਾਹੀਦੇ ਨੇ। ਦੈਟ ਗਵਰਨਮੈਂਟ, ਦੈਨ ਵੀ ਕੈਨ ਸੇ ਦੈਟ ਗਵਰਨਮੈਂਟ ਜਾਂ ਅਥਾਰਟੀ ਮਸਟ ਇਨੈਕਟ ਥੀਜ਼ ਰੂਲਸ। ਰੂਲ ਬਣਾਉਣ ਨੂੰ ਆਪਾਂ ਕਹਿੰਦੇ ਆ ਇਨੈਕਟ ਕਰਨਾ। ਜੋ ਇਸ ਦਾ ਲੈਕਸੀਕਲ ਰਿਸੋਰਸਿਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਰੂਲ ਦੇ ਨਾਲ ਆਪਾਂ ਇਨੈਕਟ ਲਗਾਉਂਦੇ ਆ। ਦੈਟ ਅਥਾਰਟੀ ਮਸਟ ਇਨੈਕਟ ਥੀਜ਼ ਰੂਲਸ ਨੋ ਮੈਟਰ ਹਾਊ ਹਾਰਡ ਇਟ ਇਜ਼। ਹੁਣ ਆਪਾਂ ਕਹਿੰਦੇ ਜਿਹੜੀ ਸੈਟਿਸਫੈਕਸ਼ਨ ਹੈ, ਕਈ ਵਾਰੀ ਐਸੇ ਆਂਦਾ ਹੈ ਵੀ ਜੌਬ ਸੈਟਿਸਫੈਕਸ਼ਨ ਇਜ਼ ਇੰਪੋਰਟੈਂਟ ਔਰ ਮਨੀ ਇਜ਼ ਇੰਪੋਰਟੈਂਟ। ਆਪਾਂ ਕਹਿੰਦੇ ਵੀ ਸੈਟਿਸਫੈਕਸ਼ਨ ਇਜ਼ ਇੰਪੋਰਟੈਂਟ ਹੈ ਵਰਕ ਪਲੇਸਿਸ ਦੇ ਉੱਪਰ, ਕੀ ਨਹੀਂ ਮੈਟਰ ਕਰਦਾ। ਜੇ ਜੌਬ ਸੈਟਿਸਫੈਕਸ਼ਨ ਦੇ ਵਿੱਚ ਆਪਾਂ ਨੂੰ ਸੈਟਿਸਫੈਕਸ਼ਨ ਮੈਟਰ ਕਰਦੀ ਹੈ, ਆਪਾਂ ਨੂੰ ਖੁਸ਼ੀ ਲੈ ਕੇ ਆਉਂਦੀ ਹੈ, ਤਾਂ ਕੀ ਨਹੀਂ ਮੈਟਰ ਕਰਦਾ। Pause and try to make the sentence। Satisfaction gives pleasure to employees at workplaces no matter how handsome salary they have। ਹੁਣ ਦੇਖੋ ਇੱਥੇ ਆਇਆ how handsome salary they have not mean to say it is ਨਾਲ ਹੀ ਬਣਾਈ ਜਾਣੇ ਆਪਾਂ ਨੇ, ਕਿਉਂਕਿ ਇੱਥੇ ਜੋ ਗੱਲ ਹੋ ਰਹੀ ਹੈ ਇਹ employees ਦੀ ਗੱਲ ਹੋ ਰਹੀ ਹੈ, ਵੀ employees ਦੀ they have। In this way we have to do the practice of no matter। As avoid fast food, ਫਾਸਟ ਫੂਡ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਆ, ਕੀ ਨਹੀਂ ਮੈਟਰ ਕਰਦਾ। ਤਾਂ ਆਪਾਂ ਕਹਾਂਗੇ ਫਾਸਟ ਫੂਡ ਮਸਟ ਬੀ ਅਵੋਇਡਡ ਨੋ ਮੈਟਰ ਹਾਊ ਇਕਨੋਮਿਕਲ ਇਟ ਇਜ਼। ਦੇਖੋ ਆਪਾਂ ਨੇ ਕਿਹਾ ਵੀ ਫਾਸਟ ਫੂਡ ਮਸਟ ਬੀ ਅਵੋਇਡਡ, ਤਾਂ ਆਪਾਂ ਨੇ ਇਹਨੂੰ ਪੈਸਿਵ ਚ ਲਿਖਿਆ ਹੈ। ਜੇ ਆਪਾਂ ਨੂੰ ਐਕਟਿਵ ਚ ਲਿਖਦੇ ਹਾਂ ਵੀ ਚਿਲਡਰਨ ਮਸਟ ਅਵੋਇਡ ਫਾਸਟ ਫੂਡ, ਉਹ ਐਕਟਿਵ ਚ ਹੋ ਜਾਏਗਾ, ਉਹ ਇੰਨਾ ਜ਼ਿਆਦਾ ਇੰਪ੍ਰੈਸਿਵ ਨਹੀਂ ਬਣਦਾ ਹੈ। ਤਾਂ ਆਪਾਂ ਟਰਾਈ ਕਰੋ ਪਹਿਲੀ ਗੱਲ ਵੀ ਆਪਾਂ ਪੈਸਿਵ ਦੇ ਵਿੱਚ ਸੈਂਟੈਂਸ ਨੂੰ ਲਿਖੀਏ। ਇੱਕ ਆਪਾਂ ਸਿੰਪਲ ਲਿਖਦੇ ਹਾਂ ਰਾਈਟਿੰਗ ਟਾਸਕ 2 ਕਰਦੇ ਹੋਏ ਵੀ ਬੱਚਿਆਂ ਨੂੰ ਨਹੀਂ ਖਾਣਾ ਚਾਹੀਦਾ। ਸਿੰਪਲ ਨੂੰ ਥੋੜਾ ਜਿਹਾ ਆਪਣੇ ਕੰਪਲੈਕਸ ਕਰ ਦੇਣਾ ਹੈ ਤਾਂ ਕਿ ਆਪਾਂ ਬੈਂਡ ਹੋਰ ਬੈਟਰ ਲਿਜਾ ਸਕੀਏ। ਵੀ ਦੇਖੋ ਇਹ ਕੋਈ ਜ਼ਿਆਦਾ ਕੰਪਲੈਕਸ ਨਹੀਂ ਹੁੰਦਾ ਇਸ ਚੀਜ਼ ਦੇ ਨਾਲ ਵੀ ਕੰਪਲਿਕੇਟਡ ਲਿਖ ਰਹੇ ਆ, ਆਪਣਾ ਕੰਪਲਿਕੇਟਡ ਨਹੀਂ ਹੈ, ਇਹ ਇੱਕ ਵੇ ਹੈ, ਇੱਕ ਵੈਰਾਈਟੀ ਹੈ, ਲਿਖਣ ਦਾ ਇੱਕ ਵੱਖਰਾ ਢੰਗ ਹੈ। ਮੀਨਿੰਗ ਇਜ਼ ਸੇਮ, ਮੀਨਿੰਗ ਉਹੀ ਹੈ ਜੋ ਆਪਾਂ ਸਿੰਪਲ ਤੇ ਲਿਖਦੇ ਹਾਂ ਤੇ ਇਸ ਚ ਲਿਖਦੇ ਹਾਂ, ਮੀਨਿੰਗ ਇਜ਼ ਸੇਮ, ਬਟ ਥੋੜਾ ਜਿਹਾ ਇਸ ਦਾ ਇੰਪ੍ਰੈਸ਼ਨ ਜ਼ਿਆਦਾ ਪੈਂਦਾ ਹੈ।
ਜਿਸ ਤਰ੍ਹਾਂ ਕੋਈ ਵਧੀਆ ਰਾਈਟਰ ਨੇ, ਉਹ ਆਪਣੀ ਰਾਈਟਿੰਗ ਇਸ ਤਰ੍ਹਾਂ ਲਿਖਦੇ ਨੇ, ਉਹਨਾਂ ਦੀ ਸਿਲੈਕਸ਼ਨ ਵਰਡ ਦੀ ਇਸ ਤਰ੍ਹਾਂ ਹੁੰਦੀ ਹੈ, ਤਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ। ਕੋਈ ਸਿੰਗਰ ਨੇ ਜਾਂ ਕੋਈ ਜੋ ਸਟੇजेस ਦੇ ਉੱਪਰ ਬੋਲਦੇ ਨੇ, ਕੋਈ ਮੋਟੀਵੇਸ਼ਨਲ ਸਪੀਕਰ ਨੇ, ਤਾਂ ਉਹ ਆਪਣੀ ਜੋ ਪਿਚ ਹੈ ਜਾਂ ਆਪਣੀ ਜੋ ਵਰਡਿੰਗ ਹੈ, ਉਹ ਚੂਜ਼ ਹੀ ਉਸ ਤਰ੍ਹਾਂ ਦੀ ਕਰਦੇ ਨੇ। ਸੋ ਆਪਾਂ ਨੇ ਆਪਣੀ ਜੋ ਚੁਆਇਸ ਹੈ ਉਹ ਥੋੜੀ ਡਿਫਰੈਂਟ ਰੱਖਣੀ ਹੈ, ਸੇਮ ਸੇਮ ਨਹੀਂ ਲਿਖੀ ਜਾਣਾ, ਤਾਂ ਕਿ ਆਪਾਂ ਬੈਟਰ ਬੈਂਡ ਲਿਜਾ ਸਕੀਏ। ਹੁਣ ਆਪਾਂ ਕਹੀ ਵੀ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕੀ ਮੈਟਰ ਨਹੀਂ ਕਰਦਾ, ਦੈਨ ਵੀ ਸੇ ਦੈਟ ਐਕਸਰਸਾਈਜ਼ ਇਜ਼ ਵਾਈਟਲ ਫॉर ਪੀਪਲ ਨੋ ਮੈਟਰ ਹਾਊ ਹੈਲਦੀ ਔਰ ਹਾਊ ਬਿਜ਼ੀ ਦੇ ਆਰ। ਚਾਹੇ ਉਹ ਜਿੰਨੇ ਮਰਜ਼ੀ ਬਿਜ਼ੀ ਹੋਣ, ਲੋਕਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਨੈਕਸਟ ਹੈ ਦਾ ਮੋਰ ਦਾ ਲੈਸ। ਦਿਸ ਇਜ਼ ਵੈਰੀ ਪਾਵਰਫੁਲ ਟੂਲ ਟੂ that the more people are educated, ਜਿੰਨੇ ਜ਼ਿਆਦਾ ਲੋਕ ਐਜੂਕੇਟਡ ਹੋਣਗੇ, the more they can have lucrative job, ਉਨੀ ਜ਼ਿਆਦਾ ਬੈਟਰ ਜੌਬ ਲੈ ਲੈਣਗੇ। ਐਜੂਕੇਸ਼ਨ ਦੀ ਕੀ ਵੈਲਿਊ ਹੈ, ਜਾਂ ਜੌਬ ਸੈਕਟਰ ਦੇ ਕੋਈ ਨਾਲ ਐਸੇ ਆਂਦਾ ਆਪਾਂ ਨੂੰ, ਕੋਈ ਐਸੇ ਇਸ ਤਰ੍ਹਾਂ ਦਾ ਆਂਦਾ ਜਿਹਦੇ ਵਿੱਚ ਆਪਾਂ ਅਰਨਿੰਗ ਦੀ ਗੱਲ ਕਰਦੇ ਹੋਈਏ, ਜਾਂ ਕੰਟਰੀ ਦੀ ਸਕਸੈਸ ਦੀ ਗੱਲ ਕਰਦੇ ਹੋਈਏ, ਵੀ ਲੋਕਾਂ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਤਾਂ ਉਦੋਂ ਆਪਾਂ ਨੇ ਇਹ ਸਟਰਕਚਰ ਨੂੰ ਹਮੇਸ਼ਾ ਯਾਦ ਰੱਖਣਾ ਵੀ ਦ ਮੋਰ ਪੀਪਲ, ਜਿੰਨੇ ਜ਼ਿਆਦਾ ਲੋਕ ਪੜ੍ਹੇ ਲਿਖੇ ਹੋਣਗੇ, ਓਨਾ ਹੀ ਜ਼ਿਆਦਾ ਉਹ ਬੈਟਰ ਕਰ ਪਾਉਣਗੇ। ਹੁਣ ਕੋਈ ਐਸੇ ਮੰਨ ਲਓ ਇਨਵਾਇਰਨਮੈਂਟ ਤੇ ਆਂਦਾ, ਉਹਦੇ ਵਿੱਚ ਆਪਾਂ ਫੋਸਿਲ ਫਿਊਲ ਬਾਰੇ ਕਹਿਣਾ ਚਾਹੁੰਦੇ ਹਾਂ ਵੀ ਜਿੰਨਾ ਜ਼ਿਆਦਾ ਲੋਕ ਫੋਸਿਲ ਫਿਊਲ ਯੂਜ਼ ਕਰਨਗੇ, ਤਾਂ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਸੈਂਟੈਂਸ ਨੂੰ? ਪੌਜ਼ ਕਰਕੇ ਬਣਾ ਕੇ ਦੇਖੋ ਸੈਂਟੈਂਸ। ਦ ਮੋਰ ਇੰਡੀਵਿਜੂਅਲ ਯੂਜ਼ ਫੋਸਿਲ ਫਿਊਲ, ਦ ਮੋਰ ਦੇ ਆਰ ਡੈਟੋਰੇਟਿੰਗ ਦ ਇਨਵਾਇਰਨਮੈਂਟ। ਜਿੰਨਾ ਜ਼ਿਆਦਾ ਉਹ ਯੂਜ਼ ਕਰਦੇ ਨੇ ਫੋਸਿਲ ਫਿਊਲ ਨੂੰ, ਓਨਾ ਜ਼ਿਆਦਾ ਹੀ ਆਪਣੇ ਵਾਤਾਵਰਨ ਨੂੰ ਉਹ ਖਰਾਬ ਕਰਦੇ ਨੇ। ਔਰ ਵੀ ਕੈਨ ਸੇ ਦੈਟ ਦ ਮੋਰ ਫੋਸਿਲ ਫਿਊਲ ਇਜ਼ ਯੂਜ਼ਡ ਪੈਸਿਵ ਵਾਈਜ਼। ਤਾਂ ਆਪਾਂ ਐਕਟਿਵ 'ਚ ਵੀ ਲਿਖ ਸਕਦੇ ਹਾਂ, ਪੈਸਿਵ 'ਚ ਲਿਖਦੇ ਹਾਂ ਤਾਂ ਉਹ ਥੋੜਾ ਜ਼ਿਆਦਾ ਬੈਟਰ ਬਣ ਜਾਂਦਾ। ਫਾਸਟ ਫੂਡ ਬਾਰੇ ਐਸੇ ਦੈਨ ਵੀ ਵਿਲ ਸੇ ਦੈਟ ਦ ਮੋਰ ਚਿਲਡਰਨ ਹੈਵ ਫਾਸਟ ਫੂਡ ਦ ਮੋਰ ਦੇ ਬਿਕਮ ਅਨਹੈਲਦੀ। ਜਿੰਨਾ ਜ਼ਿਆਦਾ ਬੱਚੇ ਖਾਂਦੇ ਨੇ, ਦੇਖੋ ਉਸ 'ਚ ਪਹਿਲਾਂ ਆਪਾਂ ਨੇ ਈਟ ਯੂਜ਼ ਕੀਤਾ ਸੀ, ਇੱਥੇ ਆਪਾਂ ਨੇ ਹੈਵ ਕਰ ਲਿਆ, ਔਰ ਵੀ ਕੈਨ ਯੂਜ਼ ਕੰਜ਼ਿਊਮ ਟੂ ਦ ਮੋਰ ਦੇ ਬਿਕਮ ਅਨਹੈਲਦੀ। ਤੇ ਇਹਦੇ ਵਿੱਚ ਕੋਮਾ ਜ਼ਰੂਰ ਰੱਖਣਾ, ਆਪਾਂ ਨੇ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ। ਅੱਛਾ, ਨਵਾਂ ਕੋਈ ਕੰਮ ਸਿੱਖਣਗੇ, ਸਕਿੱਲ ਸਿੱਖਣਗੇ ਵਰਕਰਸ ਨੂੰ, ਤਾਂ ਆਪਾਂ ਕਹਾਂਗੇ ਵੀ ਦ ਮੋਰ ਵਰਕਰਸ ਲਰਨ ਨਿਊ ਸਕਿੱਲਸ। ਪ੍ਰੈਜ਼ੈਂਟ ਦਾ ਧਿਆਨ ਰੱਖਣਾ, ਜਿਵੇਂ ਵਰਕਰਸ ਲੱਗ ਗਿਆ ਤਾਂ ਆਪਾਂ ਨੇ ਉਰੇ ਫਸਟ ਫਾਰਮ ਹੀ ਲਗਾਣੀ ਹੈ। ਦ ਮੋਰ ਵਰਕਰਸ ਲਰਨ ਨਿਊ ਸਕਿੱਲਸ ਦ ਲੈਸ ਇੰਪਲੀਕੇਸ਼ਨਸ ਦੇ ਫੇਸ ਐਟ ਵਰਕ ਪਲੇਸਿਸ। ਇੰਪਲੀਕੇਸ਼ਨ ਦਾ ਮਤਲਬ ਹੁੰਦਾ ਪ੍ਰੋਬਲਮਸ, ਡਿਫਿਕਲਟੀਜ਼, ਆਰਡੀਅਲਸ, ਉਨੀ ਜ਼ਿਆਦਾ ਉਹ ਘੱਟ ਫੇਸ ਕਰਨਗੇ। ਔਰ ਵੀ ਕੈਨ ਸੇ ਦੈਟ ਦ ਮੋਰ ਵਰਕਰਸ ਲਰਨ ਨਿਊ ਸਕਿੱਲਸ ਦ ਮੋਰ ਪ੍ਰੋਡਕਟਿਵ ਦੇ ਬਿਕਮ। ਉਨੇ ਹੀ ਜ਼ਿਆਦਾ ਉਹ ਪ੍ਰੋਡਕਟਿਵ ਬਣਨਗੇ ਜਿੰਨਾ ਜ਼ਿਆਦਾ ਉਹ ਨਵੇਂ ਸਕਿੱਲ ਨੂੰ ਸਿੱਖਣਗੇ। ਇੰਟਰਨੈਟ ਬਾਰੇ ਕੋਈ ਐਸੇ ਆਂਦਾ, ਟੈਕਨੋਲੋਜੀ ਬਾਰੇ ਐਸੇ ਆਂਦਾ ਹੈ, then we can say the more people surf internet the less creative they become। ਇਹ ਆਪਾਂ ਇੰਟਰਨੈਟ ਨੂੰ ਆਪਾਂ ਨੈਗੇਟਿਵ ਚ ਲਿਖ ਰਹੇ ਹਾਂ, ਜਦੋਂ ਆਪਾਂ ਇਹਦੇ ਨੈਗੇਟਿਵ ਪੁਆਇੰਟ ਨੂੰ ਲਿਖਾਂਗੇ the more people surf internet, ਤੇ ਜਦੋਂ ਆਪਾਂ ਨੇ ਇੰਟਰਨੈਟ ਦੀ ਗੱਲ ਕਰਨੀ ਹੈ ਤਾਂ ਆਪਾਂ ਨੇ ਸਰਫ ਵਰਡ ਯੂਜ਼ ਕਰਨਾ ਹੈ ਯੂਜ਼ ਦੇ ਨਾਲ, ਵੀ ਉਹ ਯੂਜ਼ ਕਰਦੇ ਨੇ। ਸੋ ਸਰਫ ਜਿਹੜਾ ਹੈ ਇਸ ਦਾ ਲੈਕਸੀਕਲ ਹੈ। ਔਰ ਵੀ ਕੈਨ ਸੇ ਦੈਟ ਦ ਮੋਰ ਪੀਪਲ ਸਰਫ ਇੰਟਰਨੈਟ ਦਾ ਈਜ਼ੀਅਰ ਦੇ ਕੈਨ ਅਟੇਨ ਨੌਲੇਜ। ਇਹ ਪੋਜ਼ਿਟਿਵ ਹੋ ਗਿਆ, ਉਹਨਾਂ ਜ਼ਿਆਦਾ ਹੀ ਦਾ ਈਜ਼ੀਅਰ। ਦੇਖੋ ਪਹਿਲਾਂ ਆਪਾਂ ਨੇ ਦਾ ਮੋਰ ਦਾ ਲੈਸ ਕੀਤਾ, ਦਾ ਮੋਰ ਕੀਤਾ, ਤਾਂ ਮੋਰ ਦੈਨ ਦਾ ਵੀ ਕੈਨ ਯੂਜ਼ ਦਾ ਸੈਕੰਡ ਡਿਗਰੀ ਆਲਸੋ ਦਾ ਈਜ਼ੀਅਰ। ਦੇ ਕੈਨ ਅਟੇਨ ਨੌਲੇਜ, ਉਨੀ ਜ਼ਿਆਦਾ ਉਹ ਨੌਲੇਜ ਲੈ ਸਕਦੇ ਨੇ। ਇਫ ਵਾਲੇ ਕੇਸ 'ਚ ਆਪਾਂ ਨੇ ਕੀ ਕਰਨਾ ਹੈ, ਜਦੋਂ ਆਪਾਂ ਇਫ ਲਗਾਉਂਦੇ ਹਾਂ ਰਾਈਟਿੰਗ ਟਾਸਕ 2 ਦੇ ਵਿੱਚ ਇਫ ਬਹੁਤ ਵਾਰੀ ਯੂਜ਼ ਹੁੰਦਾ ਹੈ। ਇਫ ਦਾ ਕੀ ਹੈ ਵੀ ਇਫ ਗਵਰਨਮੈਂਟ ਇਨੈਕਟਸ stringent rules people will not break them। ਜੇਕਰ ਸਰਕਾਰ ਜਿਹੜੀ ਹੈਗੀ ਹੈ ਸਖਤ ਕਾਨੂੰਨ ਬਣਾਉਂਦੀ ਹੈ, stringent ਮੀਨਸ ਸਖਤ, ਇਨੈਕਟ ਮੀਨਸ ਰੂਲ। ਮੈਂ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਮੇਕ ਦੀ ਜਗ੍ਹਾ ਦੇ ਉੱਪਰ ਇਨੈਕਟ ਲਗਾਵਾਂਗੇ, ਤਾਂ people will not break them, ਤਾਂ ਲੋਕ ਉਸ ਨੂੰ ਨਹੀਂ ਤੋੜਨਗੇ। ਹੋਰ ਆਪਾਂ ਬੈਟਰ ਕਿਵੇਂ ਕਹਿ ਸਕਦੇ ਹਾਂ ਵੀ ਇਫ stringent rules are enacted ਪੈਸਿਵ ਵਾਈਜ਼, ਤਾਂ ਟਰਾਈ ਕਰਿਆ ਕਰੋ ਮੈਕਸਿਮਮ ਆਪਾਂ ਪੈਸਿਵ ਵਾਈਜ਼ 'ਚ ਲਿਖੀਏ, ਕਿਉਂਕਿ ਇਹ ਐਸੇ ਜੋ ਨੇ ਫਾਰਮਲ ਟਾਈਪ ਨੇ, ਤੇ ਫਾਰਮਲ ਹੀ ਆਪਾਂ ਨੇ ਵਰਡਿੰਗ ਯੂਜ਼ ਕਰਨੀ ਹੈ, ਫਾਰਮਲ ਸਟਰਕਚਰ ਯੂਜ਼ ਕਰਨਾ ਹੈ। ਇਫ stringent rules are enacted one has fear to breach them, ਤਾਂ ਕੀ ਹੈ one has, ਤਾਂ ਇੱਕ ਬੰਦਾ ਜੋ ਹੈ
ਉਸਨੂੰ ਫੀਅਰ ਹੋਏਗਾ ਬ੍ਰੀਚ ਕਰਨ ਦਾ। ਬ੍ਰੀਚ ਮੀਨਸ ਇੱਕ ਤਰ੍ਹਾਂ ਦਾ ਹੁੰਦਾ ਵੀ ਉਲੰਘਣਾ ਕਰਨਾ ਕਿਸੇ ਚੀਜ਼। ਬ੍ਰੀਚ ਇਜ਼ ਅ ਰਾਈਟ ਵਰਡ ਹੈ। ਆਪਾਂ ਹੀ ਸ਼ੀ ਦੀ ਜਗ੍ਹਾ ਦੇ ਉੱਪਰ ਆਪਾਂ ਨੇ ਵਨ ਯੂਜ਼ ਕਰਨਾ ਹੈ। ਸੈਕੰਡਲੀ ਆਪਾਂ ਇਹ ਨਹੀਂ ਕਹਿਣਾ ਵੀ ਜੇਕਰ ਸਖਤ ਕਾਨੂੰਨ ਬਣਾਏ ਜਾਣਗੇ ਵਿਲ ਨਹੀਂ ਆਪਾਂ ਨੇ ਯੂਜ਼ ਕਰਨਾ। ਇਫ ਦੇ ਕੇਸਿਸ ਦੇ ਵਿੱਚ ਆਪਾਂ ਨੇ ਹਮੇਸ਼ਾ ਹੀ ਪ੍ਰੈਜ਼ੈਂਟ ਇੰਡੈਫੀਨਾਈਟ ਨੂੰ ਹੀ ਰੱਖਣਾ ਹੈ। ਇਫ ਪੀਪਲ ਯੂਜ਼ ਫੋਸਿਲ ਫਿਊਲਸ ਇਟ ਵਿਲ ਡੈਟੋਰੇਟ ਦਾ ਇਨਵਾਇਰਨਮੈਂਟ। ਇਫ ਫੋਸਿਲ ਫਿਊਲਸ ਆਰ ਯੂਜ਼ਡ ਇਨ ਐਕਸੈਸ ਦਾ ਇਨਵਾਇਰਨਮੈਂਟ ਕੈਨ ਨਾਟ ਬੀ ਸੇਵਡ। ਹੁਣ ਇਹਦੇ ਵਿੱਚ ਕੀ ਸੀ ਦੇਖੋ, ਇਸ ਨੂੰ ਵੀ ਪੈਸਿਵ ਵਾਈਸ ਚੱਲਿਆ, ਪਹਿਲਾਂ ਇੱਥੇ ਐਕਟਿਵ ਚ ਸੀ ਤਾਂ ਇਹ ਪੈਸਿਵ ਹੋਇਆ। ਸੈਕੰਡਲੀ ਇਹ ਐਕਟਿਵ ਚ ਸੀ ਤਾਂ ਇਸ ਨੂੰ ਵੀ ਆਪਾਂ ਨੇ ਪੈਸਿਵ ਵਾਈਸ ਦੇ ਵਿੱਚ ਯੂਜ਼ ਕੀਤਾ। ਮੀਨ ਟੂ ਸੇ ਦੈਟ ਬੋਥ ਆਰ ਦਾ ਪੈਸਿਵ ਸੈਂਟੈਂਸਸ। ਈਵਨ ਦੋ ਜਿਸ ਤਰ੍ਹਾਂ ਆਪਾਂ ਦੋ ਯੂਜ਼ ਕਰਦੇ ਆ, ਆਲ ਦੋ ਯੂਜ਼ ਕਰਦੇ ਆ, ਤਾਂ ਆਲ ਦੋ ਜਿਹੜਾ ਹੈ ਉਹ ਸੈਮੀ ਫਾਰਮਲ ਹੈ, ਇਸ ਤੋਂ ਬੈਟਰ ਹੈ ਈਵਨ ਦੋ। ਈਵਨ ਦੋ ਇਜ਼ ਫੁੱਲੀ ਫਾਰਮਲ। ਰਾਈਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ ਈਵਨ ਦੋ, ਬਟ ਇਸ ਨੂੰ ਬੜੇ ਧਿਆਨ ਨਾਲ ਆਪਾਂ ਨੇ ਯੂਜ਼ ਕਰਨਾ। ਦੇਖੋ ਜਿੰਨਾ ਆਪਾਂ ਡਿਫਿਕਲਟ ਸਟਰਕਚਰ ਯੂਜ਼ ਕਰਾਂਗੇ ਉਨੀਆਂ ਮਿਸਟੇਕਸ ਜ਼ਿਆਦਾ ਹੋਣਗੀਆਂ, ਬਟ ਇਸ ਗੱਲ ਦਾ ਆਪਾਂ ਨੇ ਧਿਆਨ ਰੱਖਣਾ, ਇਸ ਤੋਂ ਬੈਟਰ ਆ ਫਿਰ ਆਪਾਂ ਨਾ ਲਗਾਓ। ਨਹੀਂ ਫਿਰ ਇਸ ਦੀ ਆਪਾਂ ਪ੍ਰੈਕਟਿਸ ਹੀ ਇੰਨੀ ਜ਼ਿਆਦਾ ਕਰੋ ਤਾਂ ਕਿ ਆਪਣੇ ਕੋਈ ਵੀ ਟ੍ਰੇਨਰ ਜਿੱਥੇ ਵੀ ਚੈੱਕ ਕਰ ਰਹੇ ਨੇ ਤਾਂ ਇਹਦੀ ਪ੍ਰੈਕਟਿਸ ਹੀ ਤੁਹਾਡੀ ਇੰਨੀ ਹੋਵੇ ਵੀ ਇਸ ਦੇ ਵਿੱਚ ਮਿਸਟੇਕ ਨਾ ਕੋਈ ਹੋਵੇ। ਨਹੀਂ ਤਾਂ ਆਪਾਂ ਬੈਂਡ ਇਨਕਰੀਜ਼ ਕਰ ਰਹੇ ਹਾਂ, ਕਿਤੇ ਆਪਣੇ ਡਿਕਰੀਜ਼ ਹੋ ਜਾਣ। ਈਵਨ ਦੋ ਲਗਾਉਂਦੇ ਹੋਏ ਕੁਝ ਗੱਲਾਂ ਦਾ ਆਪਾਂ ਧਿਆਨ ਰੱਖਣਾ। ਫਸਟ ਆਫ ਆਲ ਜੋ ਈਵਨ ਦੋ ਹੈ, ਈਵਨ ਦੋ ਦੇ ਵਿੱਚ ਆਪਾਂ ਨੇ ਗੈਪ ਰੱਖਣਾ ਹੈ। ਈਵਨ ਦੋ ਦੇ ਵਿੱਚ ਗੈਪ ਆਏਗਾ, ਉਹਨੂੰ ਜੋੜ ਕੇ ਨਹੀਂ ਲਿਖਣਾ। ਈਵਨ ਦੋ ਗਵਰਨਮੈਂਟ ਹੈਜ਼ ਇਨੈਕਟਡ ਦ ਰੂਲਸ ਇੰਡੀਵਿਜੂਅਲਸ ਡੂ ਨਾਟ ਫੋਲੋ them ਪ੍ਰੋਪਰਲੀ। ਜਿਹੜੇ ਇੰਡੀਵਿਜੂਅਲਸ ਉਸ ਨੂੰ ਫੋਲੋ ਨਹੀਂ ਕਰਦੇ ਤਾਂ ਇੱਥੇ ਕੋਮਾ ਇੱਥੇ ਆਏਗਾ। ਮੋਸਟ ਆਫ ਦਾ ਸਟੂਡੈਂਟਸ ਦੇ ਪੁੱਟ ਕੋਮਾ ਹੇਅਰ, ਈਵਨ ਦੋ ਤੋਂ ਬਾਅਦ ਕੋਮਾ ਪਾਉਂਦੇ ਨੇ, ਦੈਟ ਇਜ਼ ਰੋਂਗ। ਇੱਥੇ ਆਪਾਂ ਨੇ ਕੋਮਾ ਨਹੀਂ ਲਗਾਣਾ। ਈਵਨ ਦ ਗਵਰਨਮੈਂਟ ਹੈਜ਼ ਇਨੈਕਟਡ ਰੂਲ, ਜਦੋਂ ਕਿ ਸਰਕਾਰ ਬਣਾ ਚੁੱਕੀ, ਤੇ ਟਰਾਈ ਕਰਿਆ ਕਰੋ ਪਰਫੈਕਟ ਯੂਜ਼ ਕਰਨ ਦੀ। ਪ੍ਰੈਜ਼ੈਂਟ ਪਰਫੈਕਟ ਜਿਹੜਾ ਹੈਗਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਰਾਈਟਿੰਗ ਟਾਸਕ 2 ਦੇ ਵਿੱਚ, ਇਹਦੇ ਉੱਪਰ ਆਪਣੀ ਪਕੜ ਬਣਾ ਕੇ ਰੱਖੋ। ਇੰਡੀਵਿਜੂਅਲਸ ਡੂ ਨਾਟ ਫੋਲੋ them ਪ੍ਰੋਪਰਲੀ। ਅੱਛਾ ਹੁਣ ਆਪਾਂ ਨੂੰ ਕਿ ਐਸੇ ਆਉਂਦਾ ਇੰਟਰਨੈਟ ਦੇ ਬੈਨੀਫਿਟ ਆਪਾਂ ਲਿਖਣ ਲੱਗੇ ਆ, ਜਾਂ ਪਹਿਲਾਂ ਆਪਾਂ ਨੇ ਇਸਨੇ ਇੰਟਰਨੈਟ ਦੇ ਜੋ ਸੀ ਡਰਾਬੈਕ ਦੱਸੇ ਸੀ, ਨੁਕਸਾਨ ਦੱਸੇ ਸੀ, ਕਮੀਆਂ ਦੱਸੀਆਂ ਸੀ, ਫੈਸਿਲਿਟੀਜ਼ ਦੱਸੀਆਂ ਸੀ ਆਪਾਂ। ਹੁਣ ਉਹਦੇ ਬੈਨੀਫਿਟ ਦੇ ਵਿੱਚ ਆਪਾਂ ਲਿਖਾਂਗੇ ਵੀ ਈਵਨ ਦੋ ਇੰਟਰਨੈਟ ਹੈਜ਼ ਫਿਊ ਡਰਾਬੈਕਸ, ਕੁਝ ਉਹਦੇ ਡਰਾਬੈਕਸ ਨੇ, ਇਟਸ ਐਡਵਾਂਟੇਜ ਕੈਨ ਨਾਟ ਬੀ ਇਗਨੋਰਡ, ਇਸ ਦੀ ਐਡਵਾਂਟੇਜ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਆਪਾਂ ਨੇ ਉਹਦੇ ਫਿਊ ਵਰਡ ਯੂਜ਼ ਕੀਤਾ ਨਾ, ਫਿਊ, ਇਸ ਗੱਲ ਦਾ ਖਾਸ ਤੌਰ ਦੇ ਉੱਪਰ ਧਿਆਨ ਰੱਖਣਾ ਹੈ। ਆਪਾਂ ਨੇ ਫਿਊ ਵਰਡ ਯੂਜ਼ ਇਸ ਕਰਕੇ ਕੀਤਾ ਆ ਵੀ ਇਸ ਦੀਆਂ ਜੋ ਡਰਾਬੈਕ ਨੇ ਉਹ ਬੈਨੀਫਿਟ ਦੇ ਨਾਲੋਂ ਘੱਟ ਨੇ। ਸਪੋਜ਼ ਦੈਟ ਆਪਣੇ ਕੋਲੇ ਜੋ ਹੈ ਬੈਨੀਫਿਟ ਦੇ ਡਰਾਬੈਕ ਦੇ ਹੈਗੇ ਨੇ 2 ਪੁਆਇੰਟਸ ਐਂਡ ਬੈਨੀਫਿਟ ਦੇ ਹੈਗੇ ਨੇ 4 ਪੁਆਇੰਟ ਔਰ 5 ਪੁਆਇੰਟ। ਆਪਣੇ ਕੋਲੇ ਬੈਨੀਫਿਟ ਦੇ ਵਿੱਚ ਬੋਲਣ ਨੂੰ ਜ਼ਿਆਦਾ ਹੈ, ਲਿਖਣ ਨੂੰ ਜ਼ਿਆਦਾ ਹੈ, ਇਸ ਦੇ ਪੁਆਇੰਟ ਆਪਣੇ ਕੋਲੇ ਜ਼ਿਆਦਾ ਨੇ। ਡਰਾਬੈਕ ਦੇ ਵਿੱਚ ਆਪਣੇ ਕੋਲੇ ਜਸਟ ਵੀ ਕੈਨ ਸੇ ਦੈਟ ਵਨ ਆਈਡੀਆ ਹੈ, ਆਪਾਂ ਇਲੈਬੋਰੇਟ ਕੀਤਾ ਹੈ, ਬਟ ਬੈਨੀਫਿਟ ਦੇ ਵਿੱਚ ਆਪਾਂ ਨੇ 2 ਫੁੱਲੀ ਇਲੈਬੋਰੇਟਡ ਆਈਡੀਆਜ਼ ਨੇ। ਜੇਕਰ ਇਹ ਡਰਾਬੈਕ ਘੱਟ ਨੇ ਤਾਂ ਆਪਾਂ ਫਿਊ ਲਿਖਾਂਗੇ, ਜੇ ਡਰਾਬੈਕ ਜ਼ਿਆਦਾ ਨੇ ਦੈਨ ਵੀ ਵਿਲ ਰਾਈਟ ਔਨ ਅ ਫਿਊ। ਅ ਫਿਊ ਦਾ ਮਤਲਬ ਪੋਜ਼ਿਟਿਵ। A few means a positive word, few means negative, the few means all, ਸਾਰੇ ਦਾ ਸਾਰਾ। the few ਯੂਜ਼ ਨਹੀਂ ਹੁੰਦਾ, ਇਸ ਕਰਕੇ ਆਪਾਂ ਉਸ ਦੀ ਡਿਸਕਸ਼ਨ ਜਿਹੜੀ ਹੈ ਨਹੀਂ ਕਰਾਂਗੇ। ਸੈਕੰਡਲੀ ਫਾਸਟ ਫੂਡ ਹੈ, ਮੰਨ ਲਓ ਆਪਾਂ ਕਹਿੰਦੇ ਵੀ ਈਜ਼ੀਲੀ ਅਫੋਰਡੇਬਲ ਹੈ, ਈਵਨ ਦੋ ਤਾਂ ਆਪਾਂ ਕਿਵੇਂ ਲਾਵਾਂਗੇ, ਈਵਨ ਦੋ ਫਾਸਟ ਫੂਡ ਇਜ਼ ਈਜ਼ੀਲੀ ਅਫੋਰਡੇਬਲ ਪੀਪਲ ਮਸਟ ਅਵੋਇਡ, ਤਾਂ ਲੋਕਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਸਿਮਿਲਰਲੀ ਈਵਨ ਦੋ ਦੇ ਵਿੱਚ ਗੈਪ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਉਸ ਤੋਂ ਬਾਅਦ ਕੋਮਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਲਾਸਟ ਦੇ ਵਿੱਚ ਫੁੱਲ ਸਟਾਪ ਲਗਾਇਆ ਹੈ। ਤਾਂ ਇਸ ਤਰ੍ਹਾਂ ਸਟਰਕਚਰ ਨੂੰ ਆਪਾਂ ਨੇ ਯੂਜ਼ ਕਰਨਾ ਹੈ। ਤੇ ਇਹ ਸੀਗੇ ਆਪਣੇ ਟੌਪਿਕ ਜਿਨ੍ਹਾਂ ਨੂੰ ਆਪਾਂ ਯੂਜ਼ ਕਰਕੇ ਰਾਈਟਿੰਗ ਨੂੰ ਬੈਟਰ ਬਣਾ ਸਕਦੇ ਹਾਂ। ਤੇ ਕੋਈ ਵੀ ਜੇਕਰ ਤੁਹਾਡੀ ਇਨਕੁਆਇਰੀ ਹੁੰਦੀ ਹੈ ਕਿਸੇ ਵੀ ਟੌਪਿਕ ਬਾਰੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੁਸੀਂ ਪੁੱਛ ਸਕਦੇ ਹੋ। ਸਾਡੀ ਟੀਮ ਜੋ ਹੈ ਹਮੇਸ਼ਾ ਹੀ ਅਵੇਲੇਬਲ ਰਹਿੰਦੀ ਹੈ ਤਾਂ ਕਿ ਆਪਾਂ ਨੂੰ ਜੋ ਆਈਲੈਟਸ ਦਾ ਜੋ ਟੈਸਟ ਹੈ ਕਰੈਕ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਸੋ ਰੀਡ, ਰਿਵਾਈਜ਼ ਐਂਡ ਰੀਕਾਲ ਦ ਲੈਸਨਸ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ।
ਸੋ ਓਕੇ, ਥੈਂਕ ਯੂ। ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਨਾਲ, ਨਵੇਂ ਲੈਸਨ ਦੇ ਨਾਲ। ਸ਼ੁਕਰੀਆ।